ਦੋਸਤੋ, ਇਹ ਜਾਣਨ ਦੇ 3 ਤਰੀਕੇ ਹਨ ਕਿ ਦੂਸਰਿਆਂ ਦੇ ਮਨ ਦੇ ਵਿੱਚ ਕੀ ਹੈ ਅਤੇ ਇਹਨਾਂ 3 ਤਰੀਕਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇਹਨਾਂ 3 ਤਰੀਕਿਆਂ ਨੂੰ ਸਮਝ ਲੈਂਦੇ ਹੋ ਤਾਂ ਤੁਸੀਂ ਕਿਸੇ ਦੇ ਵੀ ਮਨ ਨੂੰ ਆਸਾਨੀ ਦੇ ਨਾਲ ਸਮਝ ਲਓਗੇ। ਤਾਂ ਆਓ ਬੁੱਧ ਧਰਮ ਦੀ ਇੱਕ ਕਹਾਣੀ ਦੁਆਰਾ ਇਸ ਨੂੰ ਸਮਝੀਏ ਕਿ ਦੂਸਰਿਆਂ ਦੇ ਮਨ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ ਅਤੇ ਦੂਜੇ ਦੇ ਮਨ ਦੇ ਵਿੱਚ ਕੀ ਹੈ। ਦੋਸਤੋ, ਬਹੁਤ ਸਮਾਂ ਪਹਿਲਾਂ ਇੱਕ ਰਾਜ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ। ਉਸ ਪਿੰਡ ਦੇ ਵਿੱਚ 2 ਭਰਾ ਰਹਿੰਦੇ ਸਨ। ਵੱਡਾ ਭਰਾ ਅੰਨਾ ਸੀ, ਜਿਸ ਕਾਰਨ ਉਹ ਘਰ ਹੀ ਬੈਠਦਾ ਸੀ ਅਤੇ ਛੋਟਾ ਭਰਾ ਖੇਤੀ ਕਰਦਾ ਸੀ। ਪਰ ਖੇਤ ਜੰਗਲ ਦੇ ਨੇੜੇ ਹੋਣ ਕਾਰਨ ਬਹੁਤ ਸਾਰੇ ਜੰਗਲੀ ਜਾਨਵਰ ਉੱਥੇ ਆ ਜਾਂਦੇ ਸਨ, ਜਿਸ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋ ਜਾਂਦਾ। ਇਸ ਗੱਲ ਤੋਂ ਛੋਟਾ ਭਰਾ ਬਹੁਤ ਪਰੇਸ਼ਾਨ ਸੀ। ਪਰ ਇੱਕ ਦਿਨ ਉਸਨੇ ਇੱਕ ਤਰਕੀਬ ਸੋਚੀ। ਉਸਨੇ ਸੋਚਿਆ ਕਿ ਕਿਉਂ ਨਾ ਇਹਨਾਂ ਪਸ਼ੂਆਂ ਨੂੰ ਖੇਤਾਂ ਦੇ ਵਿੱਚੋਂ ਭਜਾਉਣ ਦੇ ਲਈ ਆਪਣੇ ਵੱਡੇ ਭਰਾ ਦੀ ਮਦਦ ਲਈ ਜਾਵੇ, ਕਿਉਂਕਿ ਵੱਡਾ ਭਰਾ ਤਾਂ ਅੰਨਾ ਹੈ ਅਤੇ ਉਹ ਘਰ ਬੈਠਦਾ ਹੈ। ਘਰ ਵਿੱਚ ਬੈਠਣ ਦੀ ਬਜਾਏ ਜੇਕਰ ਉਹ ਖੇਤ ਦੇ ਵਿੱਚ ਬੈਠਾ ਰਹੇ ਤਾਂ ਜਾਨਵਰਾਂ ਦੇ ਆਉਣ ਦੀ ਆਵਾਜ਼ ਸੁਣ ਕੇ ਉਹ ਉਹਨਾਂ ਨੂੰ ਭਜਾ ਸਕਦਾ ਹੈ, ਜਿਸ ਨਾਲ ਸਾਡੀ ਫਸਲ ਬਰਬਾਦ ਹੋਣ ਤੋਂ ਬਚ ਜਾਵੇਗੀ। ਇਹ ਸਭ ਸੋਚ ਕੇ ਉਸਨੇ ਆਪਣੇ ਖੇਤ ਦੇ ਵਿੱਚ ਇੱਕ ਛੋਟੀ ਜਿਹੀ ਝੌਂਪੜੀ ਬਣਵਾਈ ਅਤੇ ਆਪਣੇ ਅੰਨੇ ਭਰਾ ਨੂੰ ਖੇਤ ਦੇ ਵਿੱਚ ਲਿਜਾ ਕੇ ਉਸ ਨੂੰ ਉੱਥੇ ਬਿਠਾ ਦਿੱਤਾ ਅਤੇ ਭਰਾ ਨੂੰ ਕਹਿਣ ਲੱਗਾ ਕਿ ਕੋਈ ਵੀ ਜਾਨਵਰ ਦੀ ਆਵਾਜ਼ ਆਵੇ ਤੇ ਤੂੰ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦੇਣਾ। ਤੁਹਾਡੀ ਆਵਾਜ਼ ਸੁਣ ਕੇ ਪਸ਼ੂ ਇੱਥੋਂ ਭੱਜ ਜਾਣਗੇ ਅਤੇ ਸਾਡੀਆਂ ਫਸਲਾਂ ਤਬਾਹ ਹੋਣ ਤੋਂ ਬਚ ਜਾਣਗੀਆਂ। ਵੱਡਾ ਭਰਾ ਛੋਟੇ ਭਰਾ ਦੀ ਗੱਲ ਸੁਣਦਾ ਅਤੇ ਉਸ ਦਿਨ ਤੋਂ ਉਹ ਖੇਤ ਦੇ ਵਿੱਚ ਰਹਿਣ ਲੱਗ ਪਿਆ। ਜਦੋਂ ਵੀ ਉਹ ਜਾਨਵਰ ਦੀ ਆਵਾਜ਼ ਨੂੰ ਸੁਣਦਾ ਤਾਂ ਉਹ ਤੁਰੰਤ ਉੱਚੀ ਉੱਚੀ ਚੀਕਣਾ ਸ਼ੁਰੂ ਕਰ ਦਿੰਦਾ, ਜਿਸ ਕਾਰਨ ਪਸ਼ੂ ਉਸ ਦੇ ਖੇਤ ਦੇ ਵਿੱਚੋਂ ਭੱਜ ਜਾਂਦੇ। ਇਸ ਤਰ੍ਹਾਂ ਕਰਦਿਆਂ ਕਈ ਹਫ਼ਤੇ ਬੀਤ ਗਏ। ਬਸ ਇੱਕ ਦਿਨ ਇੱਕ ਹਿਰਨ ਉਸ ਖੇਤ ਦੇ ਵਿੱਚ ਦੌੜਦਾ ਆਇਆ ਅਤੇ ਉਸੇ ਖੇਤ ਦਾ ਬੰਨਾ ਤੋੜ ਕੇ ਚਲਾ ਗਿਆ। ਪਰ ਹਿਰਨ ਦਾ ਪਿੱਛਾ ਕਰਦੇ ਹੋਏ ਰਾਜਾ ਉਸ ਰਾਜ ਦਾ ਵੀ ਉਸ ਖੇਤ ਦੇ ਵਿੱਚ ਪਹੁੰਚਿਆ ਤਾਂ ਰਾਜੇ ਦੀ ਨਜ਼ਰ ਉਸ ਅੰਨੇ ਆਦਮੀ ਉੱਤੇ ਪੈ ਜਾਂਦੀ ਹੈ ਅਤੇ ਰਾਜਾ ਉਸ ਵਿਅਕਤੀ ਨੂੰ ਕਹਿੰਦਾ ਕਿ ਮੈਂ ਇੱਥੇ ਇੱਕ ਜਾਨਵਰ ਦਾ ਪਿੱਛਾ ਕਰਦਾ ਹੋਇਆ ਆਇਆ ਹਾਂ, ਕਿ ਤੁਸੀਂ ਉਸ ਜਾਨਵਰ ਨੂੰ ਇੱਥੋਂ ਜਾਂਦੇ ਦੇਖਿਆ ਹੈ। ਇਸ 'ਤੇ ਉਹ ਵਿਅਕਤੀ ਰਾਜੇ ਨੂੰ ਕਹਿੰਦਾ, ਹੇ ਮਹਾਰਾਜ, ਮੈਂ ਅੰਨਾ ਹਾਂ, ਮੈਂ ਕਿਸੇ ਜਾਨਵਰ ਨੂੰ ਕਿਵੇਂ ਦੇਖ ਸਕਦਾ ਹਾਂ, ਪਰ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਸਕਦਾ ਹਾਂ ਕਿ ਜੋ ਜਾਨਵਰ ਮੇਰੇ ਖੇਤਾਂ ਦੇ ਵਿੱਚੋਂ ਭੱਜ ਕੇ ਗਿਆ ਹੈ ਉਹ ਤੁਹਾਡੇ ਲਾਇਕ ਨਹੀਂ ਹੈ। ਤੁਸੀਂ ਉਸ ਦੇ ਪਿੱਛੇ ਆਪਣਾ ਸਮਾਂ ਬਰਬਾਦ ਨਾ ਕਰੋ। ਅੰਨੇ ਦੀ ਗੱਲ ਸੁਣ ਕੇ ਰਾਜਾ ਹੈਰਾਨ ਹੋ ਗਿਆ। ਉਸਨੇ ਸੋਚਿਆ ਕਿ ਉਹ ਅੰਨਾ ਹੈ, ਫਿਰ ਉਸ ਨੂੰ ਕਿਵੇਂ ਪਤਾ ਕਿ ਜਿਸ ਹਿਰਨ ਦਾ ਮੈਂ ਪਿੱਛਾ ਕਰ ਰਿਹਾ ਹਾਂ ਉਸ ਦੀ ਕੋਈ ਕੀਮਤ ਨਹੀਂ। ਇਹ ਅੰਨਾ ਮੈਨੂੰ ਕਿਵੇਂ ਦੱਸ ਸਕਦਾ ਹੈ। ਤਦ ਹੀ ਰਾਜੇ ਨੇ ਅੰਨੇ ਆਦਮੀ ਨੂੰ ਕਿਹਾ ਕਿ ਤੂੰ ਮੇਰੇ ਨਾਲ ਝੂਠ ਬੋਲ ਰਿਹਾ ਹੈ, ਕਿਉਂਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਅੰਨੇ ਹੋ ਅਤੇ ਦੂਜੇ ਪਾਸੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਉਹ ਜਾਨਵਰ ਜੋ ਭੱਜ ਗਿਆ ਹੈ ਉਹ ਤੁਹਾਡੇ ਲਾਇਕ ਨਹੀਂ ਹੈ। ਇਹ ਅੰਨਾ ਆਖਦਾ, ਹੇ ਮਹਾਰਾਜ, ਜਿਸ ਨੂੰ ਤੁਸੀਂ ਹਿਰਨ ਸਮਝ ਰਹੇ ਹੋ ਉਹ ਅਸਲ ਦੇ ਵਿੱਚ ਹਿਰਨ ਨਹੀਂ ਹੈ, ਇੱਕ ਹਿਰਨੀ ਹੈ ਅਤੇ ਉਹ ਵੀ ਗਰਭਵਤੀ। ਜਿੱਥੋਂ ਤੱਕ ਮੈਨੂੰ ਪਤਾ ਹੈ, ਮੈਂ ਕਿਸੇ ਰਾਜੇ ਨੂੰ ਸ਼ਿਕਾਰ ਕਰਦੇ ਹੋਏ ਨਹੀਂ ਸੁਣਿਆ ਗਰਭਵਤੀ ਹਿਰਨੀ ਦਾ। ਇਸ ਲਈ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਉਹ ਜਾਨਵਰ ਤੁਹਾਡੇ ਲਾਇਕ ਨਹੀਂ ਹੈ। ਆਪਣਾ ਸਮਾਂ ਬਰਬਾਦ ਨਾ ਕਰੋ ਇਸਦੇ ਪਿੱਛੇ ਭੱਜ ਕੇ। ਇਹ ਸੁਣ ਕੇ ਰਾਜਾ ਹੋਰ ਵੀ ਹੈਰਾਨ ਹੋ ਗਿਆ ਕਿ ਉਹ ਸੋਚਣ ਲੱਗਾ ਕਿ ਇਸ ਆਦਮੀ ਨੂੰ ਕਿਵੇਂ ਪਤਾ ਲੱਗ ਗਿਆ ਕਿ ਉਹ ਹਿਰਨੀ ਹੈ ਅਤੇ ਗਰਭਵਤੀ ਹੈ। ਕੁਝ ਦੇਰ ਸੋਚਣ ਤੋਂ ਬਾਅਦ ਰਾਜਾ ਆਪਣੇ ਸੈਨਾਪਤੀ ਨੂੰ ਕਹਿੰਦਾ ਕਿ ਉਸ ਜਾਨਵਰ ਨੂੰ ਜਿਵੇਂ ਮਰਜ਼ੀ ਉਹ ਮੇਰੇ ਕੋਲ ਲੈ ਕੇ ਆਓ, ਕਿਉਂਕਿ ਮੈਨੂੰ ਇਹ ਪਤਾ ਕਰਨਾ ਜ਼ਰੂਰੀ ਹੈ ਕਿ ਉਹ ਅਸਲ ਵਿੱਚ ਹੀ ਗਰਭਵਤੀ ਹੈ, ਕਿਉਂਕਿ ਇਹ ਅੰਨਾ ਆਦਮੀ ਪੂਰੇ ਵਿਸ਼ਵਾਸ ਦੇ ਨਾਲ ਕਹਿ ਰਿਹਾ ਹੈ। ਮੈਂ ਉਸ ਤੋਂ ਬਾਅਦ ਇਸ ਦੀ ਪੁਸ਼ਟੀ ਕਰਨ ਲਈ, ਜੇਕਰ ਇਹ ਸੱਚਮੁੱਚ ਹੀ ਹਿਰਨੀ ਹੈ ਅਤੇ ਗਰਭਵਤੀ ਹੈ, ਸ਼ਿਕਾਰ ਦੇ ਯੋਗ ਨਹੀਂ ਹੈ, ਕਿਉਂਕਿ ਇੱਕ ਹਿਰਨੀ ਦਾ ਪਿੱਛਾ ਕਰ ਰਹੇ ਸੀ। ਇਸ ਲਈ ਜਾਓ ਪਤਾ ਕਰੋ ਕਿ ਉਹ ਸੱਚਮੁੱਚ ਹੀ ਹਿਰਨੀ ਹੈ। ਸੈਨਾਪਤੀ ਰਾਜੇ ਤੋਂ ਹੁਕਮ ਲੈਂਦਾ ਹੈ ਅਤੇ ਕੁਝ ਸਿਪਾਹੀਆਂ ਦੇ ਨਾਲ ਉਹ ਜਾਨਵਰ ਦੀ ਖੋਜ ਦੇ ਲਈ ਨਿਕਲ ਜਾਂਦਾ ਹੈ। ਕੁਝ ਸਮੇਂ ਬਾਅਦ ਉਹ ਵਾਪਸ ਆ ਕੇ ਰਾਜੇ ਨੂੰ ਦੱਸਦੇ ਹਨ ਕਿ ਜੋ ਕੁਝ ਇਸ ਅੰਨੇ ਨੇ ਕਿਹਾ ਉਹ ਸੱਚ ਹੈ, ਕਿ ਇਹ ਇੱਕ ਹਿਰਨੀ ਹੈ ਅਤੇ ਉਹ ਗਰਭਵਤੀ ਹੈ। ਇਹ ਸੁਣ ਕੇ ਰਾਜਾ ਹੈਰਾਨ ਰਹਿ ਗਿਆ। ਉਹ ਸਮਝ ਨਹੀਂ ਸਕਿਆ ਕਿ ਇੱਕ ਅੰਨਾ ਆਦਮੀ ਕਿਵੇਂ ਜਾਣ ਸਕਦਾ ਹੈ ਕਿ ਉਹ
ਹਿਰਨੀ ਹੈ ਤੇ ਗਰਭਵਤੀ ਵੀ ਹੈ। ਇੱਕ ਅੰਨਾ ਆਦਮੀ ਇਹ ਕਿਵੇਂ ਦੇਖ ਸਕਦਾ ਹੈ ਅਤੇ ਜਾਣ ਸਕਦਾ ਹੈ? ਅਜਿਹੇ ਕਈ ਸਵਾਲ ਰਾਜੇ ਦੇ ਮਨ ਦੇ ਵਿੱਚ ਦੌੜਨ ਲੱਗੇ। ਹੁਣ ਰਾਜੇ ਨੇ ਸੱਚਾਈ ਦਾ ਪਤਾ ਲਗਾਉਣ ਦੇ ਲਈ ਪੂਰਾ ਇਰਾਦਾ ਕੀਤਾ ਕਿ ਅੰਨੇ ਆਦਮੀ ਨੂੰ ਕਿਵੇਂ ਪਤਾ ਲੱਗ ਗਿਆ ਕਿ ਜਾਨਵਰ ਇੱਕ ਹਿਰਨੀ ਹੈ। ਇਹ ਸੋਚਦੇ ਹੋਏ ਰਾਜਾ ਅੰਨੇ ਆਦਮੀ ਕੋਲ ਗਿਆ ਤੇ ਕਿਹਾ, ਦੇਖ, ਮੈਨੂੰ ਨਹੀਂ ਪਤਾ ਕਿ ਤੂੰ ਸੱਚਮੁੱਚ ਅੰਨਾ ਹੈ ਜਾਂ ਨਹੀਂ, ਪਰ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣ ਆਇਆ ਹਾਂ ਕਿ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਦਿਓਗੇ? ਇਹ ਸੁਣ ਕੇ ਅੰਨਾ ਆਖਦਾ ਹੈ ਕਿ ਠੀਕ, ਹਾਂ ਮਹਾਰਾਜ, ਤੁਸੀਂ ਜੋ ਚਾਹੋ ਪੁੱਛ ਸਕਦੇ ਹੋ। ਮੈਂ ਤੁਹਾਡੇ ਸਵਾਲਾਂ ਦੇ ਜਵਾਬ ਸੱਚ-ਸੱਚ ਦੱਸਾਂਗਾ। ਇਸ 'ਤੇ ਰਾਜਾ ਕਹਿੰਦਾ ਕਿ ਦੇਖੋ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਅੰਨੇ ਹੋ ਅਤੇ ਦੂਜੇ ਪਾਸੇ ਤੁਸੀਂ ਮੈਨੂੰ ਕਿਹਾ ਸੀ ਕਿ ਮੈਂ ਜਿਸ ਜਾਨਵਰ ਦਾ ਪਿੱਛਾ ਕਰ ਰਿਹਾ ਹਾਂ ਉਹ ਇੱਕ ਹਿਰਨੀ ਹੈ ਅਤੇ ਗਰਭਵਤੀ ਹੈ। ਆਖਿਰ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਤੁਹਾਡੇ ਫਾਰਮ ਵਿੱਚ ਹੋਰ ਵੀ ਬਹੁਤ ਸਾਰੇ ਜਾਨਵਰ ਆਉਂਦੇ ਹੋਣਗੇ, ਇੱਥੋਂ ਲੰਘਦੇ ਹੋਣਗੇ, ਫਿਰ ਤੁਸੀਂ ਇਸ ਦਾ ਅੰਦਾਜ਼ਾ ਕਿਵੇਂ ਲਗਾਇਆ? ਇਸ 'ਤੇ ਅੰਨੇ ਆਦਮੀ ਨੇ ਕਿਹਾ ਕਿ ਮਹਾਰਾਜ, ਜਦੋਂ ਤੁਸੀਂ ਪਿੱਛਾ ਕਰ ਰਹੇ ਸੀ ਮੇਰੇ ਖੇਤ ਵਿੱਚ ਆਇਆ ਤਾਂ ਮੈਂ ਇਸ ਦੀ ਰਫ਼ਤਾਰ ਅਤੇ ਇਸ ਦੇ ਭੱਜਣ ਦੇ ਤਰੀਕੇ ਤੋਂ ਸਮਝ ਗਿਆ ਕਿ ਇਹ ਹਿਰਨ ਨਹੀਂ ਹੈ। ਮੇਰੇ ਖੇਤ ਦੀ ਵਾੜ ਬਹੁਤ ਛੋਟੀ ਹੈ, ਇਸ ਦੀ ਉਚਾਈ ਜ਼ਿਆਦਾ ਨਹੀਂ ਹੈ। ਜੇਕਰ ਇਹ ਹਿਰਨ ਹੁੰਦਾ ਤਾਂ ਇਹ ਛਾਲ ਮਾਰ ਕੇ ਆਸਾਨੀ ਦੇ ਨਾਲ ਵਾੜ ਨੂੰ ਪਾਰ ਕਰ ਸਕਦਾ ਸੀ, ਪਰ ਇਸ ਨੇ ਵਾੜ ਨੂੰ ਛਾਲ ਮਾਰ ਕੇ ਨਹੀਂ, ਇਸ ਨੂੰ ਤੋੜ ਕੇ ਭੱਜਾ ਹੈ। ਜੇਕਰ ਇਹ ਛਾਲ ਮਾਰ ਕੇ ਇਸ ਦੀ ਪਾਰ ਕਰਨ ਦੀ ਕੋਸ਼ਿਸ਼ ਕਰਦਾ ਤਾਂ ਇਸ ਦੇ ਵਿਚਲੇ ਬੱਚੇ ਦਾ ਖਤਰਾ ਪੈਦਾ ਹੋ ਸਕਦਾ ਸੀ। ਇਸ ਅੰਦਾਜ਼ੇ ਤੋਂ ਮੈਂ ਇਹ ਸਮਝਿਆ ਕਿ ਇਹ ਗਰਭਵਤੀ ਹੈ, ਇਸ ਲਈ ਉਹ ਬਿਨਾਂ ਉੱਚੀ ਦੌੜੇ ਮੇਰੇ ਖੇਤ ਦੀ ਵਾੜ ਤੋੜਦੀ ਹੋਈ ਲੰਘ ਗਈ। ਇਸ ਉੱਤੇ ਰਾਜੇ ਦੇ ਮਨ ਦੇ ਵਿੱਚ ਇੱਕ ਹੋਰ ਸਵਾਲ ਪੈਦਾ ਹੋਇਆ। ਰਾਜੇ ਨੇ ਪੁੱਛਿਆ, ਪਰ ਮੈਨੂੰ ਪਤਾ ਕਿਵੇਂ ਲੱਗੇ ਕਿ ਉਹ ਇੱਕ ਹਿਰਨੀ ਹੈ? ਕੋਈ ਹੋਰ ਜਾਨਵਰ ਵੀ ਤੋੜ ਕੇ ਲੰਘ ਸਕਦਾ ਹੈ। ਇਹ ਸੁਣ ਕੇ ਅੰਨਾ ਬੋਲਦਾ, ਹੇ ਮਹਾਰਾਜ, ਮੈਂ ਇੱਥੇ ਸਾਰਾ ਦਿਨ ਸਵੇਰੇ ਸ਼ਾਮ ਬੈਠਾ ਰਹਿੰਦਾ ਹਾਂ ਅਤੇ ਮੇਰੇ ਸੁਣਨ ਸ਼ਕਤੀ ਬਹੁਤ ਤੇਜ਼ ਹੈ। ਮੈਂ ਜਾਨਵਰਾਂ ਦੇ ਤੁਰਨ ਦੇ ਤਰੀਕੇ ਤੋਂ ਸਮਝ ਸਕਦਾ ਹਾਂ ਕਿ ਮੇਰੇ ਖੇਤ ਵਿੱਚ ਕਿਹੜਾ ਜਾਨਵਰ ਆਇਆ ਹੈ ਅਤੇ ਫਿਰ ਇਸ ਦੇ ਆਧਾਰ 'ਤੇ ਮੈਂ ਉੱਚੀ ਚੀਕਦਾ ਹਾਂ ਅਤੇ ਜੋ ਪਸ਼ੂ ਮੇਰੇ ਖੇਤ ਵਿੱਚੋਂ ਭੱਜ ਜਾਵੇ ਅਤੇ ਮੇਰੀਆਂ ਫਸਲਾਂ ਨੂੰ ਕੋਈ ਨੁਕਸਾਨ ਪਹੁੰਚਾਵੇ। ਅੰਨੇ ਦਾ ਇਹ ਜਵਾਬ ਸੁਣ ਕੇ ਰਾਜਾ ਪੂਰੀ ਤਰ੍ਹਾਂ ਸੰਤੁਸ਼ਟ ਹੋ ਗਿਆ। ਉਹ ਮਨ ਹੀ ਮਨ ਸੋਚ ਰਿਹਾ ਸੀ ਕਿ ਬੰਦਾ ਅੰਨਾ ਹੋਣ ਦੇ ਬਾਵਜੂਦ ਵੀ ਬਹੁਤ ਬੁੱਧੀਮਾਨ ਜਾਪਦਾ ਹੈ, ਇਸ ਬੰਦੇ ਤੋਂ ਕੋਈ ਕੰਮ ਲਿਆ ਜਾਵੇ। ਇਹ ਸੋਚ ਕੇ ਰਾਜਾ ਉਸ ਅੰਨੇ ਆਦਮੀ ਨੂੰ ਆਪਣੇ ਨਾਲ ਲੈ ਕੇ ਗਿਆ ਅਤੇ ਆਪਣੇ ਮਹਿਲ ਨੂੰ ਚਲਾ ਗਿਆ। ਮਹਿਲ ਦੇ ਵਿੱਚ ਪਹੁੰਚ ਕੇ ਰਾਜੇ ਨੇ ਅੰਨੇ ਆਦਮੀ ਨੂੰ ਕਿਹਾ ਕਿ ਤੂੰ ਬਹੁਤ ਬੁੱਧੀਮਾਨ ਵਿਅਕਤੀ ਹੈ, ਤੈਨੂੰ ਕੋਈ ਵੀ ਗੱਲ ਬੜੀ ਆਸਾਨੀ ਨਾਲ ਪਤਾ ਲੱਗ ਜਾਂਦੀ ਹੈ। ਅੱਜ ਮੈਂ ਤੁਹਾਨੂੰ ਮਹਿਲ ਵਿੱਚ ਇਸ ਲਈ ਲੈ ਕੇ ਆਇਆ ਹਾਂ ਕਿਉਂਕਿ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਮੇਰੀ ਪਤਨੀ ਵਫਾਦਾਰ ਹੈ ਜਾਂ ਨਹੀਂ। ਇਹ ਸੁਣ ਕੇ ਅੰਨੇ ਆਦਮੀ ਨੇ ਕਿਹਾ, ਹੇ ਮਹਾਰਾਜ, ਇਹ ਕਿਹੋ ਜਿਹਾ ਸਵਾਲ ਹੈ? ਇਸ 'ਤੇ ਰਾਜਾ ਕਹਿੰਦਾ ਕਿ ਮੈਂ ਤੁਹਾਨੂੰ ਬਹੁਤ ਹੀ ਨਿਰਪੱਖ ਸਵਾਲ ਪੁੱਛਿਆ ਹੈ, ਤੁਸੀਂ ਬਸ ਮੈਨੂੰ ਜਵਾਬ ਦਿਓ। ਇਸ ਲਈ ਅੰਨਾ ਆਦਮੀ ਕਹਿੰਦਾ ਹੈ, ਮਹਾਰਾਜ, ਇਹਨਾਂ ਸਾਰੀਆਂ ਗੱਲਾਂ ਨੂੰ ਛੱਡ ਦਿਓ। ਤੁਹਾਡੇ ਵਿਆਹ ਨੂੰ ਕਈ ਸਾਲ ਹੋ ਗਏ ਹਨ, ਤੁਸੀਂ ਹੁਣ ਇਹਨਾਂ ਗੱਲਾਂ ਨੂੰ ਕਿਉਂ ਜਾਣਨਾ ਚਾਹੁੰਦੇ ਹੋ? ਤੁਹਾਡੇ ਮਨ ਵਿੱਚ ਅਜਿਹੇ ਸਵਾਲ ਕਿਉਂ ਉੱਠ ਰਹੇ ਨੇ? ਇਹ ਸੁਣ ਕੇ ਬਾਦਸ਼ਾਹ ਥੋੜ੍ਹਾ ਗੁੱਸੇ ਦੇ ਵਿੱਚ ਆਇਆ ਅਤੇ ਕਹਿੰਦਾ, ਦੇਖ, ਤੈਨੂੰ ਮੇਰੇ ਸਵਾਲ ਦਾ ਜਵਾਬ ਦੇਣਾ ਪਵੇਗਾ। ਜੇਕਰ ਤੂੰ ਮੇਰੇ ਇਸ ਸਵਾਲ ਦਾ ਜਵਾਬ ਨਹੀਂ ਦਿੰਦਾ ਤਾਂ ਮੈਂ ਤੈਨੂੰ ਮੌਤ ਦੀ ਸਜ਼ਾ ਦੇਵਾਂਗਾ। ਰਾਜੇ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਅੰਨਾ ਆਖਦਾ ਕਿ ਹੇ ਮਹਾਰਾਜ, ਜੇ ਸੱਚਮੁੱਚ ਤੁਸੀਂ ਜਾਣਨਾ ਚਾਹੁੰਦੇ ਹੋ ਇਸ ਸਵਾਲ ਦਾ ਜਵਾਬ, ਫਿਰ ਇਸ ਦੇ ਲਈ ਤੁਹਾਨੂੰ ਮੇਰੇ ਲਈ ਇੱਕ ਕੰਮ ਕਰਨਾ ਪਵੇਗਾ। ਰਾਜੇ ਨੇ ਕਿਹਾ ਕਿ ਮੈਨੂੰ ਦੱਸੋ ਕਿ ਮੈਂ ਕੀ ਕਰਨਾ ਹੈ। ਅੰਨੇ ਆਦਮੀ ਨੇ ਕਿਹਾ ਕਿ ਇਸ ਲਈ ਤੁਹਾਨੂੰ ਆਪਣੀ ਪਤਨੀ ਨੂੰ ਮੇਰੇ ਨਾਲ ਇੱਕ ਕਮਰੇ ਦੇ ਵਿੱਚ ਇਕੱਲਿਆਂ ਨੂੰ ਛੱਡਣਾ ਪਵੇਗਾ। ਅੰਨੇ ਆਦਮੀ ਦੀ ਇਹ ਗੱਲ ਸੁਣ ਕੇ ਰਾਜਾ ਪਹਿਲਾਂ ਗੁੱਸੇ ਵਿੱਚ ਆਇਆ, ਪਰ ਫਿਰ ਕੁਝ ਦੇਰ ਸੋਚਣ ਤੋਂ ਬਾਅਦ ਅੰਨੇ ਦੀ ਗੱਲ ਮੰਨ ਲੈਂਦਾ ਹੈ ਅਤੇ ਆਪਣੇ ਮੰਤਰੀ ਨੂੰ ਕਹਿੰਦਾ ਹੈ ਕਿ ਮੰਤਰੀ ਜੀ, ਮੇਰੀ ਪਤਨੀ ਅਤੇ ਇਸ ਅੰਨੇ ਆਦਮੀ ਨੂੰ ਕੁਝ ਸਮੇਂ ਦੇ ਲਈ ਕਮਰੇ ਦੇ ਵਿੱਚ ਇਕੱਲਿਆਂ ਛੱਡ ਦਿਓ। ਮੰਤਰੀ ਵੀ ਅਜਿਹਾ ਹੀ ਕੀਤਾ। ਹੁਣ ਰਾਣੀ ਅਤੇ ਅੰਨੇ ਆਦਮੀ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਫਿਰ ਅੰਨਾ ਆਦਮੀ ਸ਼ਰਮਾਉਂਦਾ ਹੋਇਆ ਰਾਣੀ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਛੂਹਣਾ ਚਾਹੁੰਦਾ ਹਾਂ। ਇਸ 'ਤੇ ਰਾਣੀ ਨੂੰ ਬਹੁਤ ਗੁੱਸਾ ਆਉਂਦਾ ਹੈ ਅਤੇ ਅੰਨੇ ਆਦਮੀ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਕਦੇ ਉਸ ਦੀ ਲੱਤ 'ਤੇ, ਕਦੇ ਉਸ ਦੇ ਹੱਥਾਂ ਨਾਲ, ਕਦੇ ਉਸ ਨੂੰ ਹੇਠਾਂ ਸੁੱਟਦੀ ਹੈ।
ਉਸਨੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਇਸ ਤੋਂ ਬਾਅਦ ਅੰਨਾ ਆਦਮੀ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਂਦਾ ਹੋਇਆ ਕਮਰੇ ਤੋਂ ਭੱਜ ਕੇ ਰਾਜੇ ਕੋਲ ਪਹੁੰਚਦਾ ਹੈ ਅਤੇ ਰਾਜੇ ਨੂੰ ਕਹਿੰਦਾ ਹੈ ਕਿ ਮਹਾਰਾਜ, ਤੁਹਾਡੀ ਪਤਨੀ ਵਫਾਦਾਰ ਨਹੀਂ ਹੈ। ਇਹ ਸੁਣ ਕੇ ਰਾਜਾ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਆਪਣੀ ਤਲਵਾਰ ਕੱਢ ਕੇ ਸਿੱਧਾ ਰਾਣੀ ਦੇ ਕੋਲ ਚਲਾ ਗਿਆ ਅਤੇ ਤਲਵਾਰ ਰਾਣੀ ਦੀ ਗਰਦਨ ਦੇ ਉੱਤੇ ਰੱਖ ਦਿੱਤੀ ਅਤੇ ਗੁੱਸੇ ਭਰੇ ਲਹਿਜੇ ਦੇ ਵਿੱਚ ਰਾਣੀ ਨੂੰ ਕਹਿੰਦਾ, ਅੱਜ ਮੈਂ ਤੁਹਾਨੂੰ ਜੋ ਸਵਾਲ ਪੁੱਛਾਂਗਾ ਉਸ ਦਾ ਜਵਾਬ ਸੱਚ-ਸੱਚ ਦੇਣਾ। ਜੇ ਤੁਸੀਂ ਇੱਕ ਵੀ ਸ਼ਬਦ ਝੂਠ ਬੋਲਦੇ ਹੋ ਤਾਂ ਮੈਂ ਤੁਹਾਡਾ ਸਿਰ ਵੱਢ ਦਿਆਂਗਾ। ਇਸ ਤੋਂ ਬਾਅਦ ਰਾਜਾ ਕਹਿੰਦਾ ਕਿ ਮੈਨੂੰ ਦੱਸੋ ਕਿ ਤੁਸੀਂ ਆਪਣੇ ਪਤੀ ਦੀ ਵਫਾਦਾਰ ਹੋ ਜਾਂ ਨਹੀਂ। ਇਸ ਸਵਾਲ ਦੇ ਜਵਾਬ ਦੇ ਵਿੱਚ ਰਾਣੀ ਕਹਿੰਦੀ ਹੈ ਕਿ ਹੇ ਮਹਾਰਾਜ, ਭਾਵੇਂ ਤੁਸੀਂ ਮੇਰਾ ਸਿਰ ਵੱਢ ਦਿਓ, ਇਸ ਸਮੇਂ ਮੇਰੇ ਸਿਰ ਤੋਂ ਮੈਂ ਆਪਣੇ ਪਤੀ ਪ੍ਰਤੀ ਵਫਾਦਾਰ ਨਹੀਂ ਹਾਂ। ਰਾਜਾ ਇਹ ਸੁਣ ਕੇ ਬਹੁਤ ਖੁਸ਼ ਹੋਇਆ ਕਿਉਂਕਿ ਅੰਨੇ ਆਦਮੀ ਨੇ ਉਸ ਨੂੰ ਜੋ ਕਿਹਾ ਸੀ ਬਿਲਕੁਲ ਸੱਚ ਨਿਕਲਿਆ। ਇਹ ਸੁਣ ਕੇ ਰਾਜਾ ਤੁਰੰਤ ਅੰਨੇ ਆਦਮੀ ਨੂੰ ਪੁੱਛਦਾ ਹੈ, ਤੈਨੂੰ ਕਿਵੇਂ ਪਤਾ ਲੱਗਾ ਕਿ ਮੇਰੀ ਪਤਨੀ ਵਫਾਦਾਰ ਨਹੀਂ ਹੈ? ਅਤੇ ਅੰਨਾ ਆਦਮੀ ਆਖਦਾ ਕਿ ਮਹਾਰਾਜ, ਇਹ ਤਾਂ ਬੜੀ ਸਧਾਰਨ ਗੱਲ ਹੈ। ਮੈਂ ਤੁਹਾਡੀ ਪਤਨੀ ਨੂੰ ਸਿਰਫ ਇਹ ਕਿਹਾ ਸੀ ਕਿ ਮੈਂ ਤੁਹਾਨੂੰ ਛੂਹਣਾ ਚਾਹੁੰਦਾ ਹਾਂ ਅਤੇ ਉਹ ਇਸ ਗੱਲ 'ਤੇ ਗੁੱਸੇ ਵਿੱਚ ਆ ਗਈ ਅਤੇ ਗੁੱਸੇ ਵਿੱਚ ਉਸਨੇ ਮੈਨੂੰ ਲੱਤਾਂ ਮੁੱਕੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇੱਕ ਵਫਾਦਾਰ ਔਰਤ ਦੂਜੇ ਆਦਮੀ ਨੂੰ ਕਿਵੇਂ ਛੂਹ ਸਕਦੀ ਹੈ? ਪਰ 2 ਵਾਰ ਸੋਚੋ, ਉਸਨੇ ਮੈਨੂੰ ਲੱਤਾਂ ਮਾਰਨੀਆਂ, ਮੁੱਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਵੀ ਇੱਕ ਕਿਸਮ ਦਾ ਛੂਹਣਾ ਹੈ ਅਤੇ ਇੱਕ ਵਫਾਦਾਰ ਔਰਤ ਕਦੇ ਵੀ ਮਰਦ ਨੂੰ ਨਹੀਂ ਛੂਹੰਦੀ। ਜਦੋਂ ਮੈਂ ਉਸ ਨੂੰ ਛੂਹਣ ਦੇ ਲਈ ਕਿਹਾ ਤਾਂ ਉਹ ਮੈਨੂੰ ਬੋਲ ਕੇ ਇਨਕਾਰ ਕਰ ਸਕਦੀ ਸੀ, ਪਰ ਉਸਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਦੇਰ ਵਿੱਚ ਉਸਨੇ ਮੇਰੇ ਪੂਰੇ ਸਰੀਰ ਨੂੰ ਛੂਹ ਲਿਆ। ਹੁਣ ਤੁਸੀਂ ਹੀ ਦੱਸੋ ਕਿ ਅਜਿਹੀ ਔਰਤ ਕਿਵੇਂ ਦੀ ਹੋ ਸਕਦੀ ਹੈ ਆਪਣੇ ਪਤੀ ਪ੍ਰਤੀ ਵਫਾਦਾਰ? ਇਸੇ ਰਾਜਾ ਖੁਸ਼ ਹੋ ਕੇ ਕਹਿੰਦਾ, ਤੁਸੀਂ ਬਹੁਤ ਬੁੱਧੀਮਾਨ ਲੱਗ ਰਹੇ ਹੋ। ਠੀਕ ਹੈ, ਤੁਸੀਂ ਮੇਰੇ ਇੱਕ ਹੋਰ ਸਵਾਲ ਦਾ ਜਵਾਬ ਦਿਓ। ਜੇਕਰ ਤੁਸੀਂ ਮੇਰੇ ਇਸ ਸਵਾਲ ਦਾ ਜਵਾਬ ਸਹੀ ਦਿੰਦੇ ਹੋ। ਇਸ ਤੋਂ ਬਾਅਦ ਰਾਜਾ ਅੰਨੇ ਨੂੰ ਪੁੱਛਦਾ ਹੈ ਕਿ ਮੈਨੂੰ ਦੱਸੋ ਕਿ ਮੈਂ ਸੱਚਮੁੱਚ ਮੇਰੇ ਪਿਤਾ ਦਾ ਪੁੱਤਰ ਹਾਂ ਜਾਂ ਨਹੀਂ, ਕਿਸੇ ਹੋਰ ਦਾ। ਇਹ ਸੁਣ ਕੇ ਅੰਨਾ ਆਦਮੀ ਕਹਿੰਦਾ, ਪਾਤਸ਼ਾਹ, ਤੇਰੇ ਇਸ ਮਾਮਲੇ ਨਾਲ ਕੀ ਲੈਣਾ ਦੇਣਾ? ਭਾਵੇਂ ਤੁਸੀਂ ਕਿਸੇ ਦੇ ਬੱਚੇ ਹੋ, ਤੁਸੀਂ ਇਸ ਰਾਜ ਦੇ ਰਾਜੇ ਹੋ, ਇਸ ਲਈ ਇਸ ਸਵਾਲ ਨੂੰ ਜਾਣ ਦਿਓ। ਪਰ ਰਾਜਾ ਆਪਣੀ ਜਿੱਦ 'ਤੇ ਅੜ ਗਿਆ ਅਤੇ ਕਹਿੰਦਾ ਕਿ ਨਹੀਂ, ਮੈਨੂੰ ਇਸ ਸਵਾਲ ਦਾ ਸਟੀਕ ਜਵਾਬ ਚਾਹੀਦਾ ਹੈ, ਨਹੀਂ ਤਾਂ ਇਹ ਸਵਾਲ ਹਮੇਸ਼ਾ ਮੈਨੂੰ ਪਰੇਸ਼ਾਨ ਕਰੇਗਾ। ਇਸ ਲਈ ਮੈਂ ਜਾਣਨਾ ਚਾਹੁੰਦਾ ਹਾਂ ਕਿ ਇਸ ਦਾ ਸਹੀ ਜਵਾਬ। ਜੇਕਰ ਤੁਸੀਂ ਇਸ ਸਵਾਲ ਦਾ ਸਹੀ ਜਵਾਬ ਦਿੰਦੇ ਹੋ ਫਿਰ ਤੁਸੀਂ ਇੱਥੋਂ ਜਾ ਸਕਦੇ ਹੋ, ਫਿਰ ਮੈਂ ਤੁਹਾਨੂੰ ਨਹੀਂ ਰੋਕਾਂਗਾ। ਇਸ 'ਤੇ ਅੰਨਾ ਆਖਦਾ ਹੈ, ਹੇ ਮਹਾਰਾਜ, ਇਸ ਲਈ ਮੈਨੂੰ ਤੁਹਾਡੀ ਮਾਂ ਕੋਲ ਜਾਣ ਦੀ ਲੋੜ ਨਹੀਂ। ਮੈਂ ਤੁਹਾਨੂੰ ਹੁਣੇ ਦੱਸ ਸਕਦਾ ਹਾਂ ਕਿ ਤੁਸੀਂ ਕਿਸ ਦੇ ਬੱਚੇ ਹੋ, ਪਰ ਇਸ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਮੇਰੇ ਨਾਲ ਗੁੱਸੇ ਨਹੀਂ ਹੋਵੋਗੇ। ਰਾਜੇ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਡੇ ਨਾਲ ਗੁੱਸੇ ਨਹੀਂ ਹੋਵਾਂਗਾ। ਇਸ ਤੋਂ ਬਾਅਦ ਅੰਨਾ ਆਦਮੀ ਰਾਜੇ ਨੂੰ ਕਹਿੰਦਾ ਕਿ ਮਹਾਰਾਜ, ਤੁਸੀਂ ਆਪਣੇ ਪਿਤਾ ਦੇ ਬੱਚੇ ਹੋ, ਪਰ ਇੱਕ ਕੰਜੂਸ ਵਪਾਰੀ ਦਾ ਪਰਛਾਵਾਂ ਤੁਹਾਡੇ ਉੱਤੇ ਪੈ ਰਿਹਾ ਹੈ। ਇਹ ਸੁਣ ਕੇ ਰਾਜਾ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਤੁਰੰਤ ਆਪਣੀ ਤਲਵਾਰ ਕੱਢ ਲੈਂਦਾ ਹੈ ਅਤੇ ਆਪਣੀ ਮਾਂ ਕੋਲ ਜਾਂਦਾ ਹੈ। ਉੱਥੇ ਪਹੁੰਚ ਕੇ ਉਹ ਆਪਣੀ ਮਾਂ ਨੂੰ ਕਹਿੰਦਾ ਹੈ, ਮਾਤਾ ਜੀ, ਮੈਨੂੰ ਸੱਚ ਦੱਸੋ ਕਿ ਮੈਂ ਆਪਣੇ ਪਿਤਾ ਦਾ ਪੁੱਤਰ ਹਾਂ ਜਾਂ ਨਹੀਂ। ਜੇ ਤੂੰ ਮੈਨੂੰ ਸੱਚ ਨਹੀਂ ਦੱਸਦੀ ਤੇ ਮੈਂ ਇੱਥੇ ਹੀ ਆਪਣੀ ਜਾਨ ਦੇ ਦੇਵਾਂਗਾ। ਦੱਸੋ ਸੱਚ ਕੀ ਹੈ? ਇਹ ਸੁਣ ਕੇ ਰਾਜੇ ਦੀ ਮਾਂ ਕਹਿੰਦੀ, ਪੁੱਤ, ਤੂੰ ਆਪਣੇ ਪਿਓ ਦਾ ਪੁੱਤਰ ਹੈ, ਪਰ ਕੰਜੂਸ ਵਪਾਰੀ ਦਾ ਪਰਛਾਵਾਂ ਤੁਹਾਡੇ ਉੱਤੇ ਆ ਗਿਆ। ਇੱਕ ਵਾਰ ਜਦੋਂ ਮੈਂ ਆਪਣਾ ਚਿਹਰਾ ਦੇਖ ਰਹੀ ਸੀ ਸ਼ੀਸ਼ੇ ਦੇ ਵਿੱਚ, ਇਸ਼ਨਾਨ ਕਰਕੇ ਸ਼ੀਸ਼ੇ ਵਿੱਚ, ਇੱਕ ਕੰਜੂਸ ਨੇ ਦੇਖਿਆ ਤੇ ਉਸ ਦਾ ਪਰਛਾਵਾਂ ਤੇਰੇ ਉੱਤੇ ਪੈ ਗਿਆ। ਇਹ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਤੇ ਉਹ ਝੱਟ ਉਸ ਅੰਨੇ ਕੋਲ ਭੱਜਿਆ ਤੇ ਉਹਨੇ ਅੰਨੇ ਆਦਮੀ ਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਲੱਗਾ ਕਿ ਮੇਰੇ ਉੱਤੇ ਕੰਜੂਸ ਵਪਾਰੀ ਦਾ ਪਰਛਾਵਾਂ ਪੈ ਗਿਆ? ਅੰਨਾ ਆਖਦਾ ਹੈ, ਮਹਾਰਾਜ, ਤੁਸੀਂ ਮੈਨੂੰ ਬਹੁਤ ਸਾਰੇ ਸਵਾਲ ਪੁੱਛੇ ਜਿਨ੍ਹਾਂ ਦੇ ਤੁਹਾਨੂੰ ਸਹੀ ਉੱਤਰ ਮਿਲੇ ਹਨ। ਜੇਕਰ ਕੋਈ ਹੋਰ ਰਾਜਾ ਹੁੰਦਾ ਤਾਂ ਮੈਨੂੰ ਬਹੁਤ ਇਨਾਮ ਮਿਲਣਾ ਸੀ ਇਸੇ ਬਦਲੇ ਹੁਣ ਤੱਕ, ਪਰ ਅੱਜ ਤੱਕ ਤੁਸੀਂ 1 ਪੈਸਾ ਵੀ ਨਹੀਂ ਦਿੱਤਾ। ਇਸ ਤੋਂ ਮੈਂ ਅੰਦਾਜ਼ਾ ਲਗਾਇਆ ਕਿ ਤੁਸੀਂ ਬਹੁਤ ਕੰਜੂਸ ਹੋ। ਇਹ ਸੁਣ ਕੇ ਰਾਜਾ ਉੱਚੀ ਉੱਚੀ ਹੱਸਣ ਲੱਗਾ ਅਤੇ ਕਹਿਣ ਲੱਗਾ ਕਿ ਤੁਸੀਂ ਬੁੱਧੀਮਾਨ ਹੋਣ ਦੇ ਨਾਲ ਨਾਲ ਚਲਾਕ ਵੀ ਹੋ, ਇਸ ਲਈ ਤੁਸੀਂ ਜੋ ਵੀ ਮੇਰੇ ਕੋਲੋਂ ਮੰਗੋ ਮੈਂ ਤੁਹਾਨੂੰ ਜ਼ਰੂਰ ਦੇਵਾਂਗਾ। ਪਰ ਇਸ ਤੋਂ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਕਿਹੜੀ ਚੀਜ਼ ਸਹੀ ਹੈ ਅਤੇ ਕਿਹੜੀ ਗਲਤ ਹੈ?
ਤੁਸੀਂ ਕਿਸੇ ਵੀ ਸਵਾਲ ਦਾ ਜਵਾਬ ਕਿਵੇਂ ਦਿੰਦੇ ਹੋ। ਇਸ ਦੂਸਰਾ ਵਿਅਕਤੀ ਕਹਿੰਦਾ ਹੈ ਕਿ ਮਹਾਰਾਜ, ਮੈਂ ਵੈਸੇ ਵੀ ਅੰਨਾ ਹਾਂ। ਜੇਕਰ ਮੇਰੀਆਂ ਅੱਖਾਂ ਹੁੰਦੀਆਂ ਤਾਂ ਮੈਂ ਕਿਸੇ ਦੇ ਮਨ ਨੂੰ ਆਸਾਨੀ ਨਾਲ ਪੜ੍ਹ ਸਕਦਾ ਸੀ। ਮਨ ਦੀ ਇੱਕ ਭਾਸ਼ਾ ਹੁੰਦੀ ਹੈ। ਇਹ ਭਾਸ਼ਾ ਮਨੁੱਖ ਦੇ ਸਰੀਰ ਦੇ ਵਿਹਾਰ ਦੇ ਰੂਪ ਦੇ ਵਿੱਚ ਦੇਖੀ ਜਾ ਸਕਦੀ ਹੈ। ਅਸੀਂ ਕਿਸੇ ਵਿਅਕਤੀ ਦੀਆਂ ਅੱਖਾਂ, ਬੁੱਲਾਂ, ਉਸ ਦੇ ਕੰਮ ਕਰਨ ਦੇ ਤਰੀਕੇ, ਉਸ ਦੀ ਆਵਾਜ਼, ਉਸ ਦੇ ਕੰਮਾਂ ਨੂੰ ਦੇਖ ਕੇ ਜਾਣ ਸਕਦੇ ਹਾਂ ਕਿ ਉਸ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ। ਇਸ ਆਧਾਰ 'ਤੇ ਅਸੀਂ ਜਾਣ ਸਕਦੇ ਹਾਂ ਜੋ ਕਿਸੇ ਦੇ ਮਨ ਦੇ ਵਿੱਚ ਹੈ। ਪਰ ਮੇਰੀਆਂ ਅੱਖਾਂ ਨਹੀਂ ਹਨ ਅਤੇ ਮੈਂ ਵੇਖ ਨਹੀਂ ਸਕਦਾ, ਇਸ ਲਈ ਮੈਂ ਕਰਮਾਂ ਰਾਹੀਂ ਵੇਖਦਾ ਹਾਂ। ਜੇ ਮੈਂ ਕੁਝ ਜਾਣਨਾ ਚਾਹੁੰਦਾ ਹਾਂ ਤਾਂ ਮੈਨੂੰ ਮੇਰੇ ਸਾਹਮਣੇ ਵਾਲੇ ਨੂੰ ਕੁਝ ਕੰਮ ਦੇਣਾ ਪਵੇਗਾ। ਇਸ ਤੋਂ ਬਾਅਦ ਸਾਹਮਣੇ ਵਾਲਾ ਵਿਅਕਤੀ ਉਹ ਕੰਮ ਕਿਵੇਂ ਕਰਦਾ ਹੈ ਅਤੇ ਕੀ ਪ੍ਰਤੀਕਿਰਿਆ ਦਿੰਦਾ ਹੈ, ਇਸੇ ਆਧਾਰ 'ਤੇ ਮੈਂ ਜਾਣ ਜਾਂਦਾ ਹਾਂ ਕਿ ਉਸ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ। ਇਹ ਸੁਣ ਕੇ ਰਾਜਾ ਆਖਦਾ ਹੈ, ਇਸ ਦਾ ਮਤਲਬ ਇਹ ਕਿ ਮੈਂ ਕਿਸੇ ਦਾ ਮਨ ਪੜ੍ਹ ਸਕਦਾ ਹਾਂ। ਇਸ 'ਤੇ ਅੰਨੇ ਵਿਅਕਤੀ ਦਾ ਕਹਿਣਾ ਕਿ ਤੁਸੀਂ ਕਿਸੇ ਵੀ ਵਿਅਕਤੀ ਦੇ ਵਿਚਾਰ ਜਾਣ ਸਕਦੇ ਹੋ, ਜਿਸ ਲਈ ਅੱਜ ਤੁਹਾਨੂੰ 3 ਤਰੀਕੇ ਦੱਸਣ ਜਾ ਰਿਹਾ ਹਾਂ। ਇਹ 3 ਤਰੀਕੇ ਬਹੁਤ ਹੀ ਆਸਾਨ ਅਤੇ ਸਰਲ ਹਨ। ਪਰ ਇਸ ਤੋਂ ਪਹਿਲਾਂ ਮਹਾਰਾਜ, ਤੁਹਾਨੂੰ ਆਪਣੇ ਆਪ 'ਤੇ ਕੰਮ ਕਰਨਾ ਪਵੇਗਾ। ਇਹ ਕੰਮ ਤੁਹਾਡੇ ਮਨ ਨੂੰ ਸ਼ਾਂਤ ਕਰਨਾ ਹੈ। ਤੁਹਾਨੂੰ ਆਪਣਾ ਮਨ ਇਕਾਗਰ ਲਿਆਉਣਾ ਪਵੇਗਾ ਵਰਤਮਾਨ ਵਿੱਚ ਅਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਜੇ ਤੁਸੀਂ ਇਸ ਨੂੰ ਵਰਤਮਾਨ ਵਿੱਚ ਲਿਆਉਂਦੇ ਹੋ, ਧਿਆਨ ਕੇਂਦਰਿਤ ਕਰਦੇ ਹੋ, ਤਾਂ ਤੁਸੀਂ ਜਾਣ ਸਕਦੇ ਹੋ ਕਿ ਦੂਜਿਆਂ ਦੇ ਮਨ ਦੇ ਵਿੱਚ ਕੀ ਹੈ, ਕਿਉਂਕਿ ਉਹ ਵਿਅਕਤੀ ਅਜੇ ਵੀ ਸੋਚ ਰਿਹਾ ਹੈ। ਉਸ ਦੇ ਮਨ ਵਿੱਚ ਵਰਤਮਾਨ ਚੱਲ ਰਿਹਾ ਸੀ। ਇਸ ਲਈ ਅਸੀਂ ਵੀ ਆਪਣੇ ਮਨ ਨੂੰ ਵਰਤਮਾਨ ਵਿੱਚ ਲਿਆਉਣਾ ਹੈ, ਤਦ ਅਸੀਂ ਜਾਣ ਸਕਦੇ ਹਾਂ ਕਿ ਉਸ ਦੇ ਮਨ ਦੇ ਵਿੱਚ ਕੀ ਹੈ। ਜੇਕਰ ਅਸੀਂ ਆਪਣੇ ਅਤੀਤ ਦੇ ਖਿਆਲਾਂ ਵਿੱਚ ਡੁੱਬੇ ਹੋਏ ਹਾਂ ਤਾਂ ਅਸੀਂ ਇਹ ਕਿਵੇਂ ਜਾਣ ਸਕਾਂਗੇ ਕਿ ਅਗਲਾ ਵਿਅਕਤੀ ਕੀ ਸੋਚ ਰਿਹਾ ਹੈ ਅਤੇ ਆਪਣੇ ਮਨ ਵਿੱਚ ਇਹ ਕੀ ਕਹਿ ਰਿਹਾ ਹੈ ਕਿ ਅਸੀਂ ਉਸ ਸਮੇਂ ਅਤੀਤ ਦੇ ਖਿਆਲਾਂ ਵਿੱਚ ਗੁਆਚੇ ਹਾਂ। ਇਸ ਲਈ ਜਾਣਨ ਦੇ ਲਈ ਕਿਸੇ ਦੇ ਮਨ ਦੇ ਵਿੱਚ ਕੀ ਹੈ, ਸਾਨੂੰ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਇਕਾਗਰ ਕਰਨਾ ਪੈਂਦਾ ਹੈ। ਇਸ ਨੂੰ ਵਰਤਮਾਨ ਵਿੱਚ ਲਿਆਓ। ਉਹ ਵਿਅਕਤੀ ਰਾਜੇ ਨੂੰ ਕਹਿੰਦਾ ਕਿ ਜੋ 3 ਤਰੀਕੇ ਮੈਂ ਤੈਨੂੰ ਦੱਸਣ ਜਾ ਰਿਹਾ ਹਾਂ, ਉਸ ਨਾਲ ਤੁਸੀਂ ਕਿਸੇ ਦੇ ਮਨ ਵਿੱਚ ਚੱਲ ਰਹੀਆਂ ਗੱਲਾਂ ਨੂੰ ਆਸਾਨੀ ਨਾਲ ਜਾਣ ਸਕਦੇ ਹੋ। ਇਸ ਤੋਂ ਬਾਅਦ ਅੰਨਾ ਆਦਮੀ ਰਾਜੇ ਨੂੰ ਕਹਿੰਦਾ ਕਿ ਪਹਿਲਾ ਤਰੀਕਾ ਅੱਖਾਂ ਵੱਲ ਧਿਆਨ ਦੇਣਾ। ਕਿਸੇ ਵਿਅਕਤੀ ਨਾਲ ਗੱਲ ਕਰਦੇ ਸਮੇਂ ਉਸ ਦੀਆਂ ਅੱਖਾਂ ਵਿੱਚ ਦੇਖਣਾ ਹੈ। ਅੱਖਾਂ ਦੀ ਹਰਕਤ ਵੱਲ ਧਿਆਨ ਦੇਣਾ ਹੈ ਸਭ ਤੋਂ ਜ਼ਰੂਰੀ, ਕਿਉਂਕਿ ਅੱਖਾਂ ਉਹ ਜਾਦੂਈ ਅੰਗ ਹਨ ਜੋ ਬੋਲਦੀਆਂ ਨਹੀਂ ਪਰ ਬਹੁਤ ਕੁਝ ਕਹਿ ਦਿੰਦੀਆਂ ਹਨ। ਜੇਕਰ ਅਸੀਂ ਲੋਕਾਂ ਦੀਆਂ ਅੱਖਾਂ ਦੇ ਸੰਕੇਤਾਂ ਨੂੰ ਸਮਝਣਾ ਸਿੱਖ ਗਏ ਤਾਂ ਅਸੀਂ ਜਾਣ ਸਕਾਂਗੇ ਕਿ ਸਾਡੇ ਸਾਹਮਣੇ ਵਾਲਾ ਵਿਅਕਤੀ ਕੀ ਸੋਚ ਰਿਹਾ ਹੈ, ਉਸ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਅਤੇ ਉਹ ਕੀ ਕਰਨਾ ਜਾ ਰਿਹਾ ਹੈ। ਇਹ ਗਿਆਨ ਮੇਰੇ ਅਧਿਆਪਕ ਤੋਂ ਮੈਨੂੰ ਮਿਲਿਆ ਸੀ, ਕਿਉਂਕਿ ਕਈ ਸਾਲ ਪਹਿਲਾਂ ਮੇਰੀਆਂ ਅੱਖਾਂ ਸਨ ਅਤੇ ਉਸ ਸਮੇਂ ਮੈਂ ਲੋਕਾਂ ਦੀਆਂ ਅੱਖਾਂ ਦੇਖ ਕੇ ਉਹਨਾਂ ਦੇ ਮਨ ਦੀ ਗੱਲ ਜਾਣ ਲੈਂਦਾ ਸੀ। ਇਸ ਲਈ ਜੇਕਰ ਤੁਸੀਂ ਵੀ ਦੂਜਿਆਂ ਦੇ ਦਿਮਾਗ ਨੂੰ ਪੜ੍ਹਨਾ ਚਾਹੁੰਦੇ ਹੋ ਅਤੇ ਉਹਨਾਂ ਦੇ ਦਿਮਾਗ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਦੀਆਂ ਅੱਖਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਉਹਨਾਂ ਦੀਆਂ ਅੱਖਾਂ ਦੀ ਸ਼ਕਲ ਕਿਹੋ ਜਿਹੀ ਹੈ, ਉਹ ਕਦੋਂ ਅਤੇ ਕਿੱਥੇ ਦੇਖ ਰਹੇ ਹਨ। ਜਦੋਂ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਵੱਲ ਉਸ ਦੀਆਂ ਅੱਖਾਂ ਇੱਧਰ ਉੱਧਰ ਘੁੰਮ ਰਹੀਆਂ ਹਨ, ਕਦੇ ਉੱਪਰ, ਕਦੇ ਹੇਠਾਂ ਜਾਂ ਕਦੇ ਆਲੇ ਦੁਆਲੇ, ਜਾਂ ਉਸ ਦੀਆਂ ਅੱਖਾਂ ਨਿਰਾਸ਼ ਹਨ ਜਾਂ ਖੁਸ਼ ਨਜ਼ਰ ਆ ਰਹੀਆਂ ਹਨ। ਉਦਾਹਰਨ ਦੇ ਲਈ, ਇੱਕ ਚੋਰ ਜਦੋਂ ਅਸੀਂ ਉਸ ਦੀਆਂ ਅੱਖਾਂ ਵਿੱਚ ਦੇਖਦੇ ਹਾਂ ਤਾਂ ਅਸੀਂ ਸਮਝਦੇ ਹਾਂ ਕਿ ਦੂਜੇ ਵਿਅਕਤੀ ਨੇ ਗਲਤੀ ਕੀਤੀ ਹੈ। ਇਸ ਤਰ੍ਹਾਂ ਜਦੋਂ ਤੁਸੀਂ ਕਿਸੇ ਚਲਾਕ ਵਿਅਕਤੀ ਦੀਆਂ ਅੱਖਾਂ ਵਿੱਚ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਉਸ ਦੀਆਂ ਅੱਖਾਂ ਵਿੱਚ ਚਲਾਕੀ ਦੀ ਭਾਸ਼ਾ ਹੈ। ਮਹਾਰਾਜ, ਜੇ ਤੂੰ ਝੂਠ ਬੋਲ ਰਿਹਾ ਹੈ ਤਾਂ ਸੱਚ ਬੋਲ ਰਿਹਾ ਹੈ, ਤਾਂ ਤੁਹਾਡੇ ਲਈ ਉਸ ਦੀਆਂ ਅੱਖਾਂ ਵਿੱਚ ਤੁਹਾਡੀ ਝਾਤੀ ਮਾਰਨੀ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੇ ਨਾਲ ਗੱਲ ਕਰਦੇ ਹੋਏ ਉਹ ਵਿਅਕਤੀ ਆਪਣੀਆਂ ਅੱਖਾਂ ਇੱਧਰ ਉੱਧਰ ਹਿਲਾ ਰਿਹਾ ਹੈ, ਉੱਪਰ ਹੇਠਾਂ ਖੱਬੇ ਸੱਜੇ ਹਰ ਪਾਸੇ ਦੇਖ ਰਿਹਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਹ ਲੱਭ ਰਿਹਾ ਹੈ ਮਾਮਲੇ ਦੇ ਬਾਹਰ ਇੱਕ ਰਸਤਾ, ਉਹ ਝੂਠ ਬੋਲ ਰਿਹਾ ਹੈ। ਜੇ ਤੁਹਾਡੇ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਨਾਲ ਝੂਠ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਹਾਡੇ ਨਾਲ ਅੱਖਾਂ ਮਿਲਾ ਨਹੀਂ ਸਕੇਗਾ, ਇੱਧਰ ਉੱਧਰ ਵੇਖਦਾ ਰਹੇਗਾ, ਉੱਪਰ ਨੀਚੇ ਦੇਖਦਾ ਰਹੇਗਾ, ਪਰ ਉਹ ਕਦੇ ਨਹੀਂ ਸਾਹਮਣੇ ਤੁਹਾਡੀਆਂ ਅੱਖਾਂ ਵਿੱਚ ਦੇਖੇਗਾ, ਕਿਉਂਕਿ ਉਹ ਡਰਦਾ ਹੈ ਕਿ ਜੇ ਉਸਨੇ ਤੁਹਾਡੀਆਂ ਅੱਖਾਂ ਵਿੱਚ ਦੇਖਿਆ ਤਾਂ ਉਸਦਾ ਝੂਠ ਫੜਿਆ ਜਾਵੇਗਾ। ਲੋਕਾਂ ਨੂੰ ਉਸਦੀ ਸੱਚਾਈ ਦਾ ਪਤਾ ਲੱਗ ਜਾਵੇਗਾ, ਉਸਦੀ ਗੱਲ ਉੱਤੇ ਸ਼ੱਕ ਹੋ ਜਾਵੇਗਾ। ਇਸ ਲਈ ਮਹਾਰਾਜ, ਜਦੋਂ ਤੁਸੀਂ ਕਿਸੇ ਦੀਆਂ ਅੱਖਾਂ ਵਿੱਚ ਵੇਖਣ ਲੱਗੋਗੇ ਉਸਦੇ ਭਾਵ ਕੀ ਹਨ, ਤੁਸੀਂ ਸ਼ਬਦ ਵੀ ਪੜ੍ਹਨ ਲੱਗ ਜਾਵੋਗੇ।
ਇਸ ਤਰ੍ਹਾਂ ਚਿਹਰੇ ਦੇ ਹਾਵ ਭਾਵ ਦੇਖਣੇ ਹਨ ਜਿਨ੍ਹਾਂ ਰਾਹੀਂ ਅਸੀਂ ਸ਼ਬਦਾਂ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ, ਦੂਜੇ ਲੋਕਾਂ ਦੇ ਦਿਮਾਗ ਦੀ ਗੱਲ ਨੂੰ ਸਮਝ ਸਕਦੇ ਹਾਂ। ਕਈ ਵਾਰ ਕੋਈ ਵਿਅਕਤੀ ਆਪਣੇ ਚਿਹਰੇ, ਅੱਖਾਂ, ਬੁੱਲ੍ਹਾਂ, ਮੁਸਕਰਾਹਟ ਆਦਿ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੰਦਾ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਦੇ ਚਿਹਰੇ ਨੂੰ ਵੇਖਦੇ ਹੋ ਤਾਂ ਆਸਾਨੀ ਨਾਲ ਸਮਝ ਸਕੋ ਕਿ ਉਸ ਦੇ ਮਨ ਦੀਆਂ ਭਾਵਨਾਵਾਂ ਕੀ ਹਨ, ਕਿ ਉਹ ਬਹੁਤ ਦੁਖੀ ਹੈ ਜਾਂ ਬਹੁਤ ਖੁਸ਼ ਹੈ, ਜਾਂ ਉਹ ਕਿਸੇ ਗੱਲ ਨੂੰ ਲੈ ਕੇ ਤਣਾਅ ਦੇ ਵਿੱਚ ਹੈ, ਉਹ ਆਪਣੇ ਅੰਦਰ ਕੀ ਮਹਿਸੂਸ ਕਰ ਰਿਹਾ ਹੈ। ਇਹ ਸਭ ਕੁਝ ਅਸੀਂ ਇਸ ਤੋਂ ਜਾਣ ਸਕਦੇ ਹਾਂ, ਉਸ ਦੇ ਚਿਹਰੇ ਦੇ ਹਾਵ ਭਾਵ ਤੋਂ। ਭਾਵੇਂ ਉਸ ਦੇ ਸਾਹਮਣੇ ਵਾਲਾ ਵਿਅਕਤੀ ਕੁਝ ਬੋਲਦਾ ਹੈ ਜਾਂ ਨਹੀਂ, ਪਰ ਤੁਸੀਂ ਉਸ ਦੇ ਚਿਹਰੇ ਤੋਂ ਸਭ ਕੁਝ ਜਾਣ ਸਕਦੇ ਹੋ। ਤੀਜਾ ਤਰੀਕਾ ਹੈ ਕਿ ਰਾਜੇ ਨੂੰ ਆਖਦਾ ਹੈ ਕਿ ਮਹਾਰਾਜ, ਇਸ ਤਰ੍ਹਾਂ ਤੀਜੀ ਭਾਸ਼ਾ ਉਹ ਇਹ ਹੈ ਕਿ ਹੱਥਾਂ ਦੇ ਇਸ਼ਾਰੇ ਅਤੇ ਸਰੀਰ ਦਾ ਵਿਹਾਰ। ਇਹ ਸਮਝਣ ਲਈ ਮਨ ਕੀ ਕਹਿ ਰਿਹਾ ਹੈ, ਸਾਡੇ ਲਈ ਹੱਥਾਂ ਦੇ ਇਸ਼ਾਰਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਰੀਰ ਦਾ ਵਿਹਾਰ, ਜਦੋਂ ਕੋਈ ਵਿਅਕਤੀ ਗੱਲ ਕਰਦਾ ਹੈ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਉਹ ਆਪਣੇ ਹੱਥਾਂ ਨੂੰ ਹਿਲਾਉਂਦਾ ਰਹਿੰਦਾ ਹੈ, ਉਹ ਆਪਣੇ ਹੱਥਾਂ ਨਾਲ ਇਸ਼ਾਰੇ ਕਰਦਾ ਰਹਿੰਦਾ ਹੈ ਅਤੇ ਗੱਲ ਕਰਦਿਆਂ ਵੀ ਕਰਦਾ ਹੈ। ਉਸਦੇ ਸਰੀਰ ਦੀਆਂ ਹਰਕਤਾਂ ਦੀ ਪੂਰੀ ਵਰਤੋਂ, ਜਿਸ ਤੋਂ ਸਾਨੂੰ ਅੰਦਾਜ਼ਾ ਮਿਲਦਾ ਹੈ ਕਿ ਵਿਅਕਤੀ ਸਾਡੀ ਗੱਲਬਾਤ ਵਿੱਚ ਕਿੰਨੀ ਦਿਲਚਸਪੀ ਲੈ ਰਿਹਾ ਹੈ ਅਤੇ ਉਸਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ। ਸਰੀਰ ਦੇ ਵਿਹਾਰ ਨੂੰ ਦੇਖਣ ਲਈ ਸਰੀਰ ਅਤੇ ਹੱਥਾਂ ਨੂੰ ਹਿਲਾਉਣਾ, ਚਿਹਰੇ ਨੂੰ ਵਾਰ-ਵਾਰ ਛੂਹਣਾ ਵਰਗੀਆਂ ਬਹੁਤ ਸਾਰੀਆਂ ਗਤੀਵਿਧੀਆਂ ਹਨ। ਇੱਕ ਦੂਜੇ ਨਾਲ ਹੱਥਾਂ ਨੂੰ ਰਗੜਨਾ ਆਦਿ, ਜਿਸ 'ਤੇ ਸਾਡਾ ਧਿਆਨ ਦੇਣਾ ਜ਼ਰੂਰੀ ਹੈ। ਮਨ ਕੀ ਕਹਿੰਦਾ ਹੈ, ਇਹ ਸਮਝਣ ਲਈ ਸਾਨੂੰ ਸਰੀਰ ਦੇ ਵਿਹਾਰ ਨੂੰ ਸਮਝਣਾ ਪਵੇਗਾ। ਜੇਕਰ ਅਸੀਂ ਸਹੀ ਧਿਆਨ ਦਈਏ ਅਤੇ ਇਹਨਾਂ ਤਿੰਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝੋ ਤਾਂ ਕਿ ਅਸੀਂ ਕਿਸੇ ਦੇ ਵੀ ਵਿਚਾਰਾਂ ਨੂੰ ਬਹੁਤ ਜਲਦੀ ਆਸਾਨੀ ਨਾਲ ਜਾਣ ਸਕਦੇ ਹਾਂ। ਇਸ ਲਈ ਮਹਾਰਾਜ, ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ, ਤਾਂ ਤੁਹਾਨੂੰ ਉਸ ਦੀਆਂ ਅੱਖਾਂ, ਉਸ ਦੇ ਚਿਹਰੇ ਅਤੇ ਉਸ ਦੇ ਸਰੀਰ ਦੀ ਭਾਸ਼ਾ ਅਤੇ ਉਸ ਦੇ ਹੱਥਾਂ ਨੂੰ ਧਿਆਨ ਦੇ ਨਾਲ ਦੇਖਣਾ ਪਵੇਗਾ ਅਤੇ ਉਹਨਾਂ ਦੀ ਭਾਸ਼ਾ ਨੂੰ ਸਮਝਣਾ ਪਵੇਗਾ, ਜਿਸ ਦੇ ਰਾਹੀਂ ਤੁਸੀਂ ਸਮਝ ਜਾਓਗੇ ਕਿ ਉਸ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ, ਉਹ ਕੀ ਸੋਚ ਰਿਹਾ ਹੈ। ਪਰ ਇਸ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਆਪਣੇ ਮਨ ਨੂੰ ਸ਼ਾਂਤ ਕਰਨਾ, ਧਿਆਨ ਦੇਣਾ, ਤਦ ਹੀ ਤੁਸੀਂ ਇਹਨਾਂ ਸਾਰੀਆਂ ਕਿਰਿਆਵਾਂ ਨੂੰ ਸਮਝ ਸਕੋਗੇ। ਨਹੀਂ ਤਾਂ ਜੇਕਰ ਤੁਸੀਂ ਅਤੀਤ ਦੀਆਂ ਘਟਨਾਵਾਂ ਵਿੱਚ ਰੁੱਝੇ ਹੋ ਤਾਂ ਭਵਿੱਖ ਦੀ ਕਲਪਨਾ ਕਰ ਰਹੇ ਹੋ ਤਾਂ ਤੁਸੀਂ ਕਦੇ ਵੀ ਉਸ ਵਿਅਕਤੀ ਦੇ ਇਸ਼ਾਰਿਆਂ ਵੱਲ ਧਿਆਨ ਨਹੀਂ ਦੇ ਸਕੋਗੇ ਅਤੇ ਨਾ ਹੀ ਤੁਸੀਂ ਇਹ ਜਾਣ ਸਕੋਗੇ ਕਿ ਉਸ ਵਿਅਕਤੀ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ, ਉਹ ਕੀ ਸੋਚ ਰਿਹਾ ਹੈ। ਤੁਸੀਂ ਬਹੁਤ ਸਾਰੇ ਅਜਿਹੇ ਮਹਾਂਪੁਰਖਾਂ ਨੂੰ ਦੇਖਿਆ ਹੋਵੇਗਾ ਜੋ ਸਾਡੇ ਵੱਲ ਬਹੁਤ ਸ਼ਾਂਤ ਅਤੇ ਧਿਆਨ ਦੇ ਨਾਲ ਦੇਖਦੇ ਹਨ ਅਤੇ ਕੇਵਲ ਸਾਨੂੰ ਹੀ ਦੇਖ ਕੇ ਦੱਸ ਸਕਦੇ ਹਨ ਕਿ ਸਾਡੇ ਮਨ ਵਿੱਚ ਕੀ ਚੱਲ ਰਿਹਾ ਹੈ ਅਤੇ ਉਹਨਾਂ ਨੇ ਸਾਡੇ ਤੋਂ ਕੀ ਸਿੱਖਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਲੋਕਾਂ ਦੇ ਦਿਮਾਗ ਪੜ੍ਹ ਸਕਦੇ ਹਨ, ਉਹ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹਨ, ਕਿਉਂਕਿ ਉਹਨਾਂ ਦਾ ਮਨ ਕੇਂਦਰਿਤ ਅਤੇ ਸ਼ਾਂਤ ਹੁੰਦਾ ਹੈ। ਇਹੀ ਕਾਰਨ ਹੈ ਕਿ ਉਹ ਲੋਕਾਂ ਦੇ ਮਨਾਂ ਨੂੰ ਬਹੁਤ ਆਸਾਨੀ ਨਾਲ ਸਮਝ ਲੈਂਦੇ ਹਨ। ਸੁਣ ਕੇ ਰਾਜਾ ਬਹੁਤ ਪ੍ਰਭਾਵਿਤ ਹੋਇਆ ਅਤੇ ਅੰਨੇ ਆਦਮੀ ਦੇ ਇਹ ਸ਼ਬਦ ਉਸਨੇ ਬਹੁਤ ਸਾਰੇ ਉਸਨੂੰ ਇਨਾਮ ਦਿੱਤੇ ਅਤੇ ਬੜਾ ਆਦਰ ਦੇ ਨਾਲ ਉਸਨੂੰ ਬੋਲਦੇ ਹੋਏ ਮਹਿਲ ਤੋਂ ਵਿਦਾਈ ਦਿੱਤੀ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ ਅਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ। ਧੰਨਵਾਦ।